ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਸਏ ਐਜੂਕੇਸ਼ਨ ਦੇ ਉੱਪਰ। ਜੋ ਆਪਣੀ ਇੱਕ ਲੜੀ ਚੱਲ ਰਹੀ ਹੈ ਜੀ ਆਧੁਨਿਕ ਪੰਜਾਬੀ ਕਵਿਤਾ, ਉਸੇ ਲੜੀ ਦੇ ਵਿੱਚ ਅੱਜ ਆਪਾਂ ਇੱਕ ਨਵੇਂ ਰਾਈਟਰ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈਗਾ ਜੀ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਦਾ ਨਾਮ ਜਿਹੜਾ ਪੰਜਾਬੀ ਕਾਵਿ ਦੇ ਵਿੱਚ ਬਹੁਤ ਵੱਡਾ ਹੈਗਾ, ਠੀਕ ਹੈ ਜੀ। ਅੰਮ੍ਰਿਤਾ ਪ੍ਰੀਤਮ ਨੂੰ ਇੱਕ ਕਵੀ ਦੇ ਤੌਰ 'ਤੇ ਵੀ ਤੇ ਘੱਟ ਜਾਣਿਆ ਜਾਂਦਾ, ਇੱਕ ਦੌਰ ਦੇ ਤੌਰ 'ਤੇ ਜਾਣਿਆ ਜਾਂਦਾ। ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੇ ਦੌਰ ਦੀ ਗੱਲ ਹੁੰਦੀ ਹੈ, ਇੱਕ ਦੌਰ ਕਿਹਾ ਜਾਂਦਾ ਜਦੋਂ ਅੰਮ੍ਰਿਤਾ ਪ੍ਰੀਤਮ ਆਪਣੀ ਕਾਵਿ ਰਚਨਾ ਕਰ ਰਹੀ ਸੀਗੀ, ਠੀਕ ਹੈ ਜੀ। ਅੰਮ੍ਰਿਤਾ ਪ੍ਰੀਤਮ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ, ਬੱਚੇ ਬੱਚੇ ਦੀ ਨਾਮ 'ਤੇ ਚੜ੍ਹਿਆ ਹੋਇਆ ਨਾਮ ਹੈ ਅੰਮ੍ਰਿਤਾ ਪ੍ਰੀਤਮ। ਸੋ ਆਪਾਂ ਇਹਨਾਂ ਦੇ ਪਹਿਲਾਂ ਜਨਮ ਬਾਰੇ ਗੱਲ ਕਰਾਂਗੇ ਅਤੇ ਫਿਰ ਇਹਨਾਂ ਦੀ ਆਪਾਂ ਰਚਨਾ ਬਾਰੇ ਗੱਲ ਕਰਾਂਗੇ, ਠੀਕ ਹੈ ਜੀ। ਅੰਮ੍ਰਿਤਾ ਪ੍ਰੀਤਮ ਦਾ ਜਿਹੜਾ ਜਨਮ ਹੈਗਾ ਜੀ ਉਹ ਹੈਗਾ 31 ਅਗਸਤ 1919 ਨੂੰ ਜਨਮ। ਪਿਤਾ ਦਾ ਨਾਮ ਸੀਗਾ ਜੀ ਸਰਦਾਰ ਕਰਤਾਰ ਸਿੰਘ ਹਿਤਕਾਰੀ, ਠੀਕ ਹੈ ਜੀ। ਮਾਤਾ ਦਾ ਨਾਮ ਸੀਗਾ ਜੀ ਰਾਜ ਕੌਰ। ਔਰ ਅੰਮ੍ਰਿਤਾ ਪ੍ਰੀਤਮ ਦੇ ਪਿੰਡ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਜਨਮ ਹੋਇਆ ਸੀ ਉਹ ਗੁੱਜਰਾਂਵਾਲਾ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਜੀ, ਯਾਨੀ ਕਿ ਆਪਣੇ ਪੱਛਮੀ ਪੰਜਾਬ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਜਨਮ ਹੋਇਆ ਸੀਗਾ। ਉਹਨਾਂ ਦੀ ਮ੍ਰਿਤੂ ਦੀ ਗੱਲ ਕਰੀਏ ਤਾਂ ਉਹ ਹੋਈ ਹੈਗੀ ਹੈ ਜੀ 2005 ਦੇ ਵਿੱਚ, ਠੀਕ ਹੈ ਜੀ। ਜਿਹੜੇ ਇਹਨਾਂ ਦੇ ਆਪ ਜੀ ਦੇ ਪਿਤਾ ਸੀਗੇ ਉਹ ਵੀ ਮਾਸਿਕ ਪੱਤਰ ਕੱਢਦੇ ਸੀਗੇ ਜੀ, ਠੀਕ ਹੈ। ਸੋ ਜਿਹੜੀ ਅੰਮ੍ਰਿਤਾ ਪ੍ਰੀਤਮ ਜੀ ਨੂੰ ਕਾਫੀਏ ਲਤੀਫ ਦੀ ਜਿਹੜੀ ਜਾਣਕਾਰੀ ਹੈ ਜੀ ਉਹ ਇਹਨਾਂ ਨੇ ਆਪਣੇ ਪਿਤਾ ਜੀ ਤੋਂ ਪ੍ਰਾਪਤ ਕੀਤੀ, ਠੀਕ ਹੈ ਜੀ। ਮੁੱਢਲੀ ਜਾਣਕਾਰੀ ਜਿਹੜੀ ਸੀ, ਅੰਮ੍ਰਿਤਾ ਪ੍ਰੀਤਮ ਨੇ ਛੋਟੀ ਉਮਰ ਦੇ ਵਿੱਚ ਹੀ ਕਾਵਿ ਰਚਨਾ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਹਨਾਂ ਦੇ ਪਿਤਾ ਜੀ ਰਣਜੀਤ ਨਗਾਰਾ ਨਾਮਕ ਪੱਤਰਿਕਾ ਕੱਢਦੇ ਹੁੰਦੇ ਸੀਗੇ ਜੀ। ਉਹਦੇ ਵਿੱਚ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਛਪਦੀਆਂ ਸੀ। ਅਤੇ ਜਦੋਂ ਇਹਨਾਂ ਨੇ ਜੀਵਨੀ ਵਿੱਚ ਦੱਸਦੇ ਵੀ ਜਦੋਂ ਪਹਿਲੀ ਵਾਰ ਇਹਨਾਂ ਨੇ ਕਾਵਿ ਰਚਨਾ ਕੀਤੀ ਤਾਂ ਇਹਨਾਂ ਤੋਂ ਪਿਤਾ ਤੋਂ ਕੁੱਟ ਪਈ ਵੀ। ਉਹ ਇਸ਼ਕ ਦੀ ਗੱਲ ਕੀਤੀ ਗਈ ਸੀ ਉਹਦੇ ਵਿੱਚ, ਪਰ ਉਹ ਆਦਰਸ਼ਵਾਦੀ ਇਸ਼ਕ ਸੀ, ਉਹ ਦੁਨਿਆਵੀ ਇਸ਼ਕ ਨਹੀਂ ਸੀਗਾ। ਬੜੀ ਛੋਟੀ ਉਮਰ ਦੇ ਵਿੱਚ ਹੀ ਅੰਮ੍ਰਿਤਾ ਪ੍ਰੀਤਮ ਦਾ ਵਿਆਹ ਕਰ ਦਿੱਤਾ ਜਾਂਦਾ। 1936 ਈਸਵੀ ਵਿੱਚ ਵਿਆਹ ਹੋ ਜਾਂਦਾ, ਇੱਕ ਬੇਟੀ ਜਨਮ ਲੈਂਦੀ ਇਹਨਾਂ ਦੇ ਘਰ, ਇੱਕ ਬੇਟਾ। ਅਤੇ ਚਲੋ ਆਪਣੇ ਸਿਲੇਬਸ ਤੋਂ ਬਾਅਦ ਦੀਆਂ ਗੱਲਾਂ ਆਪਾਂ ਇਹਨਾਂ ਦੀ ਮੇਨ ਆਪਾਂ ਰਚਨਾ ਅਤੇ ਇਹਨਾਂ ਦਾ ਜਨਮ ਅਤੇ ਮ੍ਰਿਤੂ ਦਾ ਟਾਈਮ ਯਾਦ ਰੱਖ ਲਿਆ ਜੀ। ਕਈ ਵਾਰੀ ਪੁੱਛਿਆ ਜਾ ਸਕਦਾ, ਪਿਛਲੇ ਮਾਸਟਰ ਗੇਟਰ ਦੇ ਪੇਪਰ ਵਿੱਚ ਇਹਨਾਂ ਸ਼ਿਵ ਕੁਮਾਰ ਬਟਾਲਵੀ ਜੀ ਦਾ ਜਨਮ ਬਾਰੇ ਪੁੱਛਿਆ ਗਿਆ ਸੀ। ਅਤੇ ਇਹ ਤਾਂ ਉਹਨਾਂ ਦੇ ਹੋ ਗਈ ਜਨਮ ਦੀ ਗੱਲ। ਹੁਣ ਆਪਾਂ ਗੱਲ ਕਰਾਂਗੇ ਮੇਨ ਗੱਲ ਰਚਨਾਵਾਂ ਦੀ। ਸੋ ਆਪਾਂ ਕਹਿ ਸਕਦੇ ਹਾਂ ਕਿ ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਸਾਹਿਤ ਨੂੰ ਕੁੱਲ 21 ਰਚਨਾਵਾਂ ਦਿੱਤੀਆਂ ਜੀ। 21 ਕਾਵਿ ਪੁਸਤਕਾਂ ਦੀ ਰਚਨਾ ਕੀਤੀ ਹੈ ਅੰਮ੍ਰਿਤਾ ਪ੍ਰੀਤਮ ਜੀ ਨੇ, ਠੀਕ ਹੈ ਜੀ। ਅੰਮ੍ਰਿਤਾ ਪ੍ਰੀਤਮ ਦੀ ਜਿਹੜੀਆਂ ਇਹਨਾਂ 21 ਕਾਵਿ ਰਚਨਾਵਾਂ, ਇਹਨਾਂ ਦੇ ਵਿੱਚ ਬੜੀ ਜਿਵੇਂ ਅੰਮ੍ਰਿਤਾ ਪ੍ਰੀਤਮ ਦੀ ਕਾਵਿ ਰਚਨਾ ਕਰਦੇ ਜਾ ਰਹੇ ਹੈ, ਹੋਰ ਉਹਨਾਂ ਦੀ ਜਿਹੜੀ ਕਾਵਿ ਰਚਨਾ ਉਹਦੇ ਵਿੱਚ ਡੂੰਘਾਈ ਆਉਂਦੀ ਜਾਂਦੀ ਹੈ, ਉਵੇਂ ਉਹ ਨਿਖਾਰ ਵੱਲ ਨੂੰ ਜਾਂਦੇ ਹੈਗੇ ਆ। ਉਹਨਾਂ ਦੀ ਜਿਹੜੀ ਅੰਤਿਮ ਸੀਗੀ ਕਾਗਜ਼ ਦੇ ਕੈਨਵਸ ਨੂੰ ਆਪਾਂ ਉਸ ਦੀ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਆਪਾਂ ਕਹਿ ਸਕਦੇ ਕਾਵਿ ਰਚਨਾ ਦਾ ਸਿਖਰ ਕਿਹਾ ਜਾ ਸਕਦਾ ਹੈਗਾ। ਉਹਨਾਂ ਦਾ ਜਿਹੜਾ ਜੀ ਸਭ ਤੋਂ ਪ੍ਰਥਮ ਕਾਵਿ ਸੰਗ੍ਰਹਿ ਸੀਗਾ ਉਹ ਸੀਗਾ ਠੰਡੀਆਂ ਕਿਰਨਾਂ, ਜਿਹੜਾ ਕਿ 1935 ਦੇ ਵਿੱਚ ਛਪਿਆ, ਠੀਕ ਹੈ ਜੀ। ਉਸ ਤੋਂ ਬਾਅਦ ਦੂਜਾ ਕਾਵਿ ਸੰਗ੍ਰਹਿ ਅੰਮ੍ਰਿਤ ਲਹਿਰਾਂ,
ਇਹ 1936 ਦੇ ਵਿੱਚ ਛਪਿਆ। ਤੀਸਰਾ ਕਾਵਿ ਸੰਗ੍ਰਹਿ ਹੈਗਾ ਜੀ ਅੰਮ੍ਰਿਤਾ ਪ੍ਰੀਤਮ ਦਾ ਜਿਉਂਦਾ ਜੀਵਨ। ਜਿਉਂਦਾ ਜੀਵਨ, ਇਹ ਵੀ 1939 ਦੇ ਵਿੱਚ ਛਪਦਾ। ਜਿਹੜੀਆਂ ਹੁਣ ਇਹ 3 ਕਿਤਾਬਾਂ ਛਪੀਆਂ ਅੰਮ੍ਰਿਤਾ ਪ੍ਰੀਤਮ ਦੀਆਂ, ਇਹ 3 ਕਿਤਾਬਾਂ, ਇਹਨਾਂ ਤਿੰਨੇ ਕਿਤਾਬਾਂ ਦਾ ਜਿਹੜਾ ਆਪਾਂ ਮੁੱਖ ਵਿਸ਼ਾ ਕਹਿ ਸਕਦੇ ਹਾਂ ਉਹ ਧਾਰਮਿਕ ਰੰਗ ਸੀਗਾ ਜੀ। ਧਾਰਮਿਕ ਰੰਗ, ਇਸ ਦੇ ਵਿੱਚ ਜਿਹੜਾ ਪ੍ਰੇਮ ਹੈਗਾ ਉਹ ਆਦਰਸ਼ਵਾਦੀ ਪ੍ਰੇਮ ਹੈਗਾ ਜੀ। ਆਦਰਸ਼ਵਾਦੀ ਪ੍ਰੇਮ, ਠੀਕ ਹੈ ਜੀ। ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀ ਚੌਥਾ ਕਾਵਿ ਸੰਗ੍ਰਹਿ ਸ਼ਬਦ ਹੈਗਾ ਜੀ ਤਰੇਲ ਧੋਤੇ ਫੁੱਲ। ਇਹ ਸ਼ਬਦ ਹੈਗਾ ਜੀ 1941 ਦੇ ਵਿੱਚ। ਉਸ ਤੋਂ ਬਾਅਦ ਹੈਗਾ ਜੀ ਉਹ ਗੀਤਾਂ ਵਾਲਿਓ। ਉਸ ਤੋਂ ਬਾਅਦ ਸ਼ਬਦ ਹੈਗਾ ਜੀ ਬੱਦਲਾਂ ਦੇ ਪੱਲੇ ਵਿੱਚ, ਠੀਕ ਹੈ ਜੀ। ਪੰਜਵਾਂ ਕਾਵਿ ਸੰਗ੍ਰਹਿ ਸੀ, ਇਹ 6ਵਾਂ ਸੀ। 7ਵਾਂ ਕਾਵਿ ਸੰਗ੍ਰਹਿ ਸ਼ਬਦ ਹੈਗਾ ਜੀ ਉਹਨਾਂ ਦਾ ਸਾਂਝ ਦੀ ਲਾਲੀ। ਉਹ ਗੀਤਾਂ ਵਾਲੇ ਸ਼ਬਦ ਹੈਗਾ ਜੀ 1942 ਦੇ ਵਿੱਚ, ਸੌਰੀ ਲਿਖਣਾ ਭੁੱਲ ਗਿਆ ਜੀ ਮੈਂ। ਫਿਰ ਸ਼ਬਦ ਹੈ ਜੀ 1943 ਦੇ ਵਿੱਚ। ਫਿਰ ਸ਼ਬਦ ਹੈ ਜੀ 1943 ਦੇ ਵਿੱਚ। 8ਵਾਂ ਕਾਵਿ ਸੰਗ੍ਰਹਿ ਸ਼ਬਦ ਹੈਗਾ ਜੀ ਉਹਨਾਂ ਦਾ ਲੋਕ ਪੀੜ। ਅਤੇ 9ਵਾਂ ਕਾਵਿ ਸੰਗ੍ਰਹਿ ਸ਼ਬਦ ਉਹਨਾਂ ਦੀ ਪੱਥਰ ਗੀਟੇ। ਜਿਹੜਾ ਇਹ ਲੋਕ ਪੀੜ ਹੈਗਾ ਜੀ, ਇਹ ਸ਼ਬਦ ਹੈਗਾ 1944 ਦੇ ਵਿੱਚ, ਅਤੇ ਇਹ ਸ਼ਬਦ ਹੈਗਾ ਜੀ 1946 ਦੇ ਵਿੱਚ, ਠੀਕ ਹੈ ਜੀ। ਇਸ ਤੋਂ ਬਾਅਦ ਜਿਹੜੀ ਉਹਨਾਂ ਦੀ 41 ਤੋਂ ਬਾਅਦ ਦੇ ਕਾਵਿ ਸੰਗ੍ਰਹਿ ਹੈਗੇ ਸਾਰੇ 46 ਤੱਕ, ਇਹ ਪ੍ਰਗਤੀਵਾਦੀ ਚੇਤਨਾ 'ਚ ਆ ਜਾਂਦੀ ਜੀ। ਇਹਨਾਂ ਦੇ ਪ੍ਰਗਤੀਵਾਦੀ ਚੇਤਨਾ, ਵੈਸੇ ਇੱਕ ਵੀਡੀਓ ਆਪਾਂ ਬਣਾਵਾਂਗੇ ਐਂਡ 'ਤੇ, ਪਰ ਤੁਹਾਨੂੰ ਮੋਟਾ ਜਿਹਾ ਦੱਸ ਦੇਣਾ ਵੀ ਜਦੋਂ 1936 ਦੇ ਵਿੱਚ, ਵੈਸੇ ਤਾਂ ਤੁਸੀਂ ਪੜ੍ਹਿਆ ਹੋਣਾ, ਜਦੋਂ ਪ੍ਰਗਤੀਵਾਦੀਆਂ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਸੰਤ ਸਿੰਘ ਸੇਖੋਂ ਅਤੇ ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਇਹ ਵਚਨ ਲੈਂਦੇ ਵੀ ਅਸੀਂ ਜਿਹੜੀ ਮਾਰਕਸਵਾਦੀ ਆਲੋਚਨਾ ਹੈਗੀ ਹੈ, ਪ੍ਰਗਤੀਵਾਦ ਨੂੰ ਅਸੀਂ ਆਪਦੇ ਪੰਜਾਬੀ ਕਾਵਿ ਦੇ ਵਿੱਚ ਬੁਲੰਦ ਕਰਾਂਗੇ। ਤਾਂ ਉਹ 1936 ਤੋਂ ਬਾਅਦ ਦੀਆਂ ਜਿਹੜੀਆਂ ਰਚਨਾਵਾਂ ਹੈਗੀਆਂ ਅੰਮ੍ਰਿਤਾ ਪ੍ਰੀਤਮ ਦੀਆਂ, 41 ਤੋਂ ਬਾਅਦ ਦੀਆਂ, ਉਸ ਦੇ ਵਿੱਚ ਪ੍ਰਗਤੀਵਾਦੀ ਚੇਤਨਾ ਆਉਂਦੀ ਹੈਗੀ ਹੈ। ਜਿਹੜੀ ਪੱਥਰ ਗੀਟੇ ਹੈਗੀ ਹੈ, ਇਹਦੇ ਵਿੱਚ ਤਾਂ ਨਰੋਲ ਪ੍ਰਗਤੀਵਾਦੀ ਚੇਤਨਾ ਦੇਖਣ ਨੂੰ ਮਿਲਦੀ ਹੈਗੀ ਹੈ, ਠੀਕ ਹੈ ਜੀ। ਇਹ 1947 ਤੋਂ ਪਹਿਲਾਂ ਦੀਆਂ ਰਚਨਾਵਾਂ ਸਾਰੀਆਂ ਅੰਮ੍ਰਿਤਾ ਪ੍ਰੀਤਮ ਜੀ ਨੇ, ਜਦੋਂ ਉਹ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ। ਉਸ ਤੋਂ ਬਾਅਦ ਵੰਡ ਤੋਂ ਬਾਅਦ ਉਹ ਕੁਛ ਚਿਰ ਸਿਆਲਕੋਟ ਰਹੇ, ਫਿਰ ਉਹ ਦਿੱਲੀ ਆ ਗਏ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਇਹਨੂੰ ਆਪਾਂ 2 ਭਾਗਾਂ ਵਿੱਚ ਵੰਡ ਲੈਂਦੇ ਹਾਂ ਅੰਮ੍ਰਿਤਾ ਪ੍ਰੀਤਮ ਦੀ ਨੂੰ, ਕਵਿਤਾ ਨੂੰ। ਇੱਕ ਤਾਂ 1947 ਤੋਂ ਪਹਿਲਾਂ, ਇੱਕ 1947 ਤੋਂ ਬਾਅਦ। 1947 ਤੋਂ ਬਾਅਦ 1947 ਤੋਂ ਬਾਅਦ ਉਹਨਾਂ ਦੇ ਲਗਭਗ 12 ਕਾਵਿ ਸੰਗ੍ਰਹਿ ਛਪਦੇ ਜੀ, ਜਿਸ ਦੇ ਵਿੱਚ 10ਵਾਂ ਕਾਵਿ ਸੰਗ੍ਰਹਿ ਹੈਗਾ ਆਪਣਾ ਲੰਮੀਆਂ ਵਾਟਾਂ। 11ਵਾਂ ਹੈਗਾ ਜੀ ਮੈਂ ਤਵਾਰੀਖ ਹਾਂ ਹਿੰਦ ਦੀ। ਇਹ 1947 'ਚ ਛਪਦਾ ਜੀ। ਇਸ ਤੋਂ ਬਾਅਦ ਸ਼ਬਦ ਹੈਗਾ 1950 ਦੇ ਵਿੱਚ। 12ਵਾਂ ਕਾਵਿ ਸੰਗ੍ਰਹਿ ਹੈਗਾ ਜੀ ਸਰਗੀ ਵੇਲਾ। ਸਰਗੀ ਵੇਲਾ, ਜਿਹੜਾ ਕਿ 1951 ਦੇ ਵਿੱਚ ਛਪਦਾ। ਉਸ ਤੋਂ ਬਾਅਦ 13ਵਾਂ ਕਾਵਿ ਸੰਗ੍ਰਹਿ ਹੈਗਾ ਜੀ ਸੁਨੇਹੜੇ। ਉਸ ਤੋਂ ਬਾਅਦ ਹੈਗਾ ਜੀ 14ਵਾਂ ਅਸ਼ੋਕਾ ਚੇਤੀ। 15ਵਾਂ ਹੈਗਾ ਜੀ ਕਸਤੂਰੀ। ਜਿਹੜਾ ਸੁਨੇਹੜੇ ਕਾਵਿ ਸੰਗ੍ਰਹਿ ਹੈਗਾ ਜੀ ਉਹ ਸ਼ਬਦ ਹੈਗਾ 1955 ਦੇ ਵਿੱਚ। ਇਹ ਸ਼ਬਦ ਹੈਗਾ ਜੀ 1957 ਦੇ ਵਿੱਚ।
ਤੇ ਕਸਤੂਰੀ ਸ਼ਬਦ ਹੈਗਾ ਜੀ 1959 ਦੇ ਵਿੱਚ। ਠੀਕ ਹੈ ਜੀ। ਇਹ ਜਿਹੜੇ 6 ਕਾਵਿ ਸੰਗ੍ਰਹਿ ਹੈਗੇ ਜੀ 1966 ਤੱਕ, ਤਾਂ ਇਸ ਦੇ ਵਿੱਚ 6 ਕਾਵਿ ਸੰਗ੍ਰਹਿ ਹੈਗੇ, ਇਹਦੇ ਵਿੱਚ ਉਸਦਾ ਰੋਮਾਂਟਿਕ ਪ੍ਰਗਤੀਵਾਦ ਹੈ, ਪਿਓਰ ਪ੍ਰਗਤੀਵਾਦ ਨਹੀਂ ਕਹਿ ਸਕਦੇ ਆਪਾਂ ਨੂੰ ਅੰਮ੍ਰਿਤਾ ਪ੍ਰੀਤਮ ਦੇ ਨੂੰ, ਰੋਮਾਂਟਿਕ ਪ੍ਰਗਤੀਵਾਦ ਆ। ਕਿਉਂਕਿ ਵੈਸੇ ਪ੍ਰਗਤੀਵਾਦੀ ਤੌਰ 'ਤੇ ਇਹਨੂੰ ਜਾਣਿਆ ਜਾਂਦਾ, ਪਰ ਜਿਹੜੀ ਇਹ ਇਹਨਾਂ ਦੇ ਮਤਲਬ ਕਹਿਣ ਦਾ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਇਹ ਵਾਰਿਸ਼ਾਂ ਦੀ ਗੱਲ ਕਰਦੀ ਹੈ, ਹੀਰ ਰਾਂਝੇ ਦੀ ਗੱਲ ਕਰਦੀ ਹੈ, ਤਾਂ ਉਹ ਰੋਮਾਂਟਿਕਵਾਦੀਆਂ ਦੇ ਕੁਛ ਲੱਛਣ ਆ ਜਾਂਦੇ ਹੈਗੇ ਆ। ਤਾਂ ਕਰਕੇ ਜਿਹੜਾ ਇਹ ਜਿਹੜੇ 6 ਕਾਵਿ ਸੰਗ੍ਰਹਿ ਹੈਗੇ, ਇਸ ਦੇ ਵਿੱਚ ਰੋਮਾਂਟਿਕ ਪ੍ਰਗਤੀਵਾਦ ਹੈਗੇ ਆ। ਗੱਲ ਇਹ ਆਮ ਵਰਗ ਦੀ ਕਰਦੇ ਆ, ਗੱਲ ਆਮ ਲੋਕਾਂ ਦੀ ਕਰਦੇ ਆ। ਪਰ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਪੋਠੋਹਾਰ ਦੀ ਕੁੜੀ ਦੀ ਗੱਲ ਕਰਦਾ, ਗੱਲ ਉਹਦੇ ਵਿੱਚ ਉਹ ਗਰੀਬ ਕੁੜੀ ਦੀ ਕਰ ਰਿਹਾ, ਪਰ ਉਹਦੇ ਵਿੱਚ ਵੀ ਉਹ ਰੋਮਾਂਟਿਕ ਤੱਤ ਭਰ ਰਿਹਾ ਹੈਗਾ। ਜਿਵੇਂ ਉਸਦੇ ਵਾਲਾਂ ਦੀ ਗੱਲ ਕਰਦਾ, ਉਸਦੇ ਅੰਗਾਂ ਦੀ ਗੱਲ ਕਰਦਾ ਹੈਗਾ, ਉਹ ਉਸ ਚੀਜ਼ ਨੂੰ ਮਤਲਬ ਰੋਮਾਂਟਿਕ ਵੇ ਨਾਲ ਕਹਿ ਰਿਹਾ ਹੈਗਾ। ਤਾਂ ਕਰਕੇ ਇਹਨਾਂ ਨੂੰ ਰੋਮਾਂਟਿਕ ਪ੍ਰਗਤੀਵਾਦ ਕਿਹਾ ਜਾਂਦਾ ਜੀ। ਠੀਕ ਹੈ ਜੀ। ਇਹ ਹੋ ਗਈਆਂ ਆਪਣੀਆਂ 15 ਪੁਸਤਕਾਂ। ਉਸ ਤੋਂ ਬਾਅਦ ਆ ਜਾਂਦੀ ਆਪਣੇ ਕੋਲ 16ਵੀਂ ਪੁਸਤਕ ਆ ਜਾਂਦੀ ਹੈਗੀ ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ। ਨਾਗਮਣੀ ਸ਼ਬਦ ਦੀ ਹੈਗੀ ਹੈ ਜੀ ਉਹਨਾਂ ਦੀ 1964 ਦੇ ਵਿੱਚ। 17ਵੀਂ ਪੁਸਤਕ ਹੈਗੀ ਉਹਨਾਂ ਦੀ ਨਵੀਂ ਸਵੇਰ, ਜੋ ਕਿ ਆਪਣੀ ਸ਼ਬਦੀ ਹੈਗੀ ਹੈ 1968 ਦੇ ਵਿੱਚ। 18ਵੀਂ ਪੁਸਤਕ ਹੈਗੀ ਉਹਨਾਂ ਦੀ 6 ਰੁੱਤਾਂ, ਜੋ ਕਿ ਸ਼ਬਦੀ ਹੈਗੀ ਉਹਨਾਂ ਦੀ 1969 ਦੇ ਵਿੱਚ। ਉਸ ਤੋਂ ਬਾਅਦ ਆਉਂਦੀ ਹੈਗੀ ਹੈ ਜੀ ਆਪਣੀ 19ਵੀਂ ਕਾਗਜ਼ 'ਤੇ ਕੈਨਵਸ, ਜਿਹੜੀ ਕਿ ਸ਼ਬਦੀ ਹੈਗੀ 1970 ਦੇ ਵਿੱਚ। 20 ਨੰਬਰ 'ਤੇ ਆਪਣੇ ਕੋਲ ਆ ਜਾਂਦੀ ਹੈਗੀ ਹੈ ਜੀ ਮੈਂ ਜਮਾਂ ਤੂੰ, ਜੋ ਕਿ ਸ਼ਬਦੀ ਹੈਗੀ ਜੀ 1977 ਦੇ ਵਿੱਚ। ਔਰ ਉਹਨਾਂ ਦਾ ਲਾਸਟ ਸੰਗ੍ਰਹਿ ਹੈਗਾ ਜੀ ਮੈਂ ਤੈਨੂੰ ਫੇਰ ਮਿਲਾਂ ਕੀ, ਇਹ ਸ਼ਬਦੀ ਹੈਗੀ ਜਮਾਂ ਐਂਡ ਦੇ ਵਿੱਚ ਉਹਨਾਂ ਦੀ 2004 ਦੇ ਵਿੱਚ। ਉਹਨਾਂ ਦੀ ਜਿਹੜੀ ਮੈਂ ਜਮਾਂ ਤੂੰ 1977 ਤੋਂ ਬਾਅਦ ਇੱਕ ਕਾਫੀ ਲੰਮਾ ਸਮਾਂ ਗੈਪ ਦੇਖਣ ਨੂੰ ਮਿਲਦਾ ਹੈਗਾ 20 ਸਾਲਾਂ ਦਾ, ਜਿਸ ਦੇ ਵਿੱਚ ਉਹਨਾਂ ਨੇ ਕਾਵਿ ਰਚਨਾ ਨਹੀਂ ਕੀਤੀ ਗਈ। ਪਰ ਉਹ ਕੀ ਆ, ਹੋਰ ਵਾਰਤਕ ਅਤੇ ਪ੍ਰਗੀਤ ਅਤੇ ਨਾਵਲ, ਸਵੈ ਜੀਵਨੀ, ਸਫ਼ਰਨਾਮਾ, ਸੰਸਮਰਨਵਾਦ ਵਿੱਚ ਰੁੱਝੇ ਰਹੇ ਹੈਗੇ। ਠੀਕ ਹੈ ਜੀ। 2004 ਦੇ ਵਿੱਚ ਜਿਹੜੀਆਂ ਇਹ ਨਾਗਮਣੀ ਤੋਂ ਬਾਅਦ ਦੀਆਂ ਰਚਨਾਵਾਂ ਹੈਗੀਆਂ ਅੰਮ੍ਰਿਤਾ ਪ੍ਰੀਤਮ ਦੀਆਂ ਸਾਰੀਆਂ, ਇਸ ਦੇ ਵਿੱਚ ਉਹ ਅੰਤਰਮੁਖੀ ਭਾਵਨਾ ਹੋ ਜਾਂਦੀ ਉਹਨਾਂ ਦੇ ਵਿੱਚ, ਜਾਂ ਆਪਾਂ ਪ੍ਰਯੋਗਵਾਦੀਆਂ ਨੇ ਵੀ ਉਹਨਾਂ ਦੀ ਸਹਿਮਤੀ ਕਹਿ ਸਕਦੇ ਹਾਂ, ਪ੍ਰਯੋਗਵਾਦੀ ਹੋ ਗਏ ਥੋੜ੍ਹੇ ਜਿਹੇ ਅੰਮ੍ਰਿਤਾ ਪ੍ਰੀਤਮ। ਠੀਕ ਹੈ ਜੀ। ਇਹ ਉਹਨਾਂ ਦੀਆਂ 21 ਰਚਨਾਵਾਂ ਹੈਗੀਆਂ ਜੀ। ਜੇ ਆਪਾਂ ਕਹੀਏ ਵੀ ਤਾਂ ਉਹ ਅੰਮ੍ਰਿਤਾ ਪ੍ਰੀਤਮ ਨੇ ਖੁੱਲ੍ਹੀ ਕਵਿਤਾ ਵੀ ਲਿਖੀ ਹੈ ਜੀ ਇਹਨਾਂ ਰਚਨਾਵਾਂ ਦੇ ਵਿੱਚ। ਖੁੱਲ੍ਹੀ ਕਵਿਤਾ ਲਿਖੀ ਹੈਗੀ ਆ, ਛੰਦਬੱਧ ਕਵਿਤਾ ਵੀ ਲਿਖੀ ਹੈ ਕਈ। ਉਹਨਾਂ ਨੇ ਗਜ਼ਲਾਂ ਦੀ ਰਚਨਾ ਕੀਤੀ ਹੈ, ਪ੍ਰਗੀਤ ਲਿਖੀ ਹੈਗੀ ਹੈ ਜੀ, ਬਿਰਤਾਂਤਕ ਕਵਿਤਾ ਲਿਖੀ ਹੈਗੀ ਹੈ ਜੀ, ਇੱਕ 12ਵਾਂ ਵੀ ਮਿਲਦਾ ਹੈਗਾ ਅੰਮ੍ਰਿਤਾ ਪ੍ਰੀਤਮ ਦਾ। ਠੀਕ ਹੈ ਜੀ। ਇਸ ਤੋਂ ਇਲਾਵਾ ਉਹਨਾਂ ਨੇ ਕਹਾਣੀ ਸੰਗ੍ਰਹਿ ਲਿਖੇ ਹੈਗੇ ਆ, ਨਾਵਲ, ਸਵੈ ਜੀਵਨੀ, ਉਹਨਾਂ ਨੇ ਸਫ਼ਰਨਾਮਾ ਵੀ ਲਿਖਿਆ ਹੈਗਾ ਜੀ, ਉਹਨਾਂ ਨੇ ਸੰਸਮਰਨ ਵੀ ਲਿਖਿਆ ਹੈਗਾ ਜੀ। ਇੱਕ ਉਹਨਾਂ ਦਾ ਕੁਝ ਵਾਰਤਕ ਦੀਆਂ ਪੁਸਤਕਾਂ ਵੀ ਲਿਖੀਆਂ ਹੈਗੀਆਂ ਉਹਨਾਂ ਨੇ। ਠੀਕ ਹੈ ਜੀ। ਇਹ ਅੰਮ੍ਰਿਤਾ ਪ੍ਰੀਤਮ ਜਿਹੜੀ ਹੈਗੀ ਕਰਦੇ ਆ, ਪਰ ਆਪਾਂ ਆਪਣੇ ਵਿਸ਼ੇ ਅਨੁਸਾਰ ਕਵਿਤਾ ਦੀ ਗੱਲ ਹੀ ਕਰਾਂਗੇ। ਠੀਕ ਹੈ ਜੀ। ਇਹ ਸੰਖੇਪ ਵੇਰਵਾ ਸੀਗਾ ਜੀ ਅੰਮ੍ਰਿਤਾ ਪ੍ਰੀਤਮ ਜੀ ਦੇ ਜੀਵਨ ਬਾਰੇ ਅਤੇ ਉਹਨਾਂ ਦੀਆਂ ਰਚਨਾਵਾਂ ਬਾਰੇ। ਉਹਨਾਂ ਨੂੰ ਸੁਨੇਹੜੇ ਕਾਵਿ ਪੁਸਤਕ ਉੱਤੇ ਭਾਰਤ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹੋਇਆ, ਅਤੇ ਕਾਗਜ਼ ਦੇ ਕੈਨਵਸ ਉੱਤੇ ਉਹਨਾਂ ਨੂੰ ਗਿਆਨਪੀਠ ਮਿਲਿਆ ਹੋਇਆ ਹੈਗਾ। ਠੀਕ ਹੈ ਜੀ। ਇਹ ਆਪਾਂ ਆਪਣੀ ਜਿਹੜੀਆਂ ਉਹਨਾਂ ਦੀਆਂ ਕੁਝ 21 ਰਚਨਾਵਾਂ ਹੈਗੀਆਂ, ਉਹਨਾਂ ਵਿੱਚੋਂ ਆਪਾਂ ਕੁਛ ਜਿਹੜੀਆਂ ਉਹਨਾਂ ਦੀਆਂ ਬਹੁਤ ਚਰਚਿਤ ਰਚਨਾਵਾਂ ਹੈਗੀਆਂ ਉਹਨਾਂ ਬਾਰੇ ਆਪਾਂ ਖੁੱਲ੍ਹੀ ਚਰਚਾ ਕਰਾਂਗੇ। ਅਤੇ
ਤੇ ਨਾਲੇ ਉਹਨਾਂ ਨੂੰ ਕਿਹੜੇ ਅਵਾਰਡ ਮਿਲੇ ਆ ਤੇ ਉਹਨਾਂ ਦੀਆਂ ਆਪਾਂ ਕਿਤਾਬਾਂ ਬਾਰੇ ਤੁਹਾਨੂੰ ਸੰਖੇਪ ਜਾਣਕਾਰੀ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ। ਇਹ ਇੱਕ ਤੁਹਾਡਾ ਓਵਰਵਿਊ ਹੈਗਾ ਅੰਮ੍ਰਿਤਾ ਪ੍ਰੀਤਮ ਦੀ ਰਚਨਾਵਾਂ ਬਾਰੇ ਤੇ ਉਹਨਾਂ ਦੇ ਜੀਵਨ ਬਾਰੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਤੁਹਾਨੂੰ ਮਾਸਟਰ ਕੇਡਰ ਦੇ ਪੇਪਰ ਆਉਣ ਤੱਕ ਤੁਹਾਨੂੰ ਸਾਰੀ ਮਤਲਬ ਸਿਲੇਬਸ ਜੋ ਵੀ ਜਿੰਨਾ ਵੀ ਆਪਣਾ ਹੈਗਾ ਸਾਰਾ ਉਹ ਆਪਾਂ ਇਕੱਲਾ ਰਾਈਟਰ ਕਰਾਂਗੇ ਧਿਆਨ ਨਾਲ। ਜੇ ਤੁਸੀਂ ਚਾਹੁੰਦੇ ਹੋ ਵੀ ਥੋੜ੍ਹਾ ਹੋਰ ਬਰੀਫ ਦੇ ਵਿੱਚ ਕਰਾਈਏ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਲਾਈਕ ਕਰੋ ਤੇ ਸ਼ੇਅਰ ਵੀ ਕਰਿਆ ਕਰੋ, ਕਿਉਂਕਿ ਤੁਸੀਂ ਜਿਵੇਂ ਤੁਹਾਡਾ ਚੈਨਲ ਵੱਡਾ ਹੁੰਦਾ ਸਾਡਾ ਉਵੇਂ ਸਾਨੂੰ ਹੌਸਲਾ ਮਿਲਦਾ। ਠੀਕ ਹੈ ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ।